ਸਕੀਮਾਂ ਦੇ ਵਾਅਦਿਆਂ ਦੇ ਮਾਮਲੇ ਤੇ ਸੁਪਰੀਮ ਕੋਰਟ ਦੇ ਵਿੱਚ ਸੁਣਵਾਈ ਜਾਰੀ। ਅਦਾਲਤ ਨੇ ਚੋਣ ਕਮਿਸ਼ਨ ਨੂੰ ਲਗਾਈ ਝਾੜ। ਕਿਹਾ ਕੋਰਟ ਦੀ ਥਾਂ ਸਾਰੇ ਨਿਊਜ਼ਪੇਪਰਾਂ ਨੂੰ ਪਹਿਲਾਂ ਮਿਲਿਆ ਹਲਫਨਾਮਾ। ਪੰਜਾਬ ਕੈਬਨਿਟ ਦੀ ਮੀਟਿੰਗ ਜਾਰੀ। ਈਟੀਟੀ ਟੀਚਰਾਂ ਨੂੰ ਵੀ ਉਮਰ ਦੇ ਹੱਦ ਦੇ ਵਿੱਚ ਰਿਆਇਤ ਦੇਣ ਨੂੰ ਲੈ ਕੇ ਹੋ ਸਕਦਾ ਫੈਸਲਾ। ਮਾਈਨਿੰਗ ਪਾਲਿਸੀ ਨੂੰ ਲੈ ਕੇ ਵੀ ਚਰਚਾ ਸੰਭਵ। ਸਾਬਕਾ ਮੰਤਰੀ ਤ੍ਰਿਪਤ ਬਾਜਵਾ ਦੀਆਂ ਵੱਧ ਸਕਦੀਆਂ ਨੇ ਮੁਸ਼ਕਿਲਾਂ। ਸੂਤਰਾਂ ਦੇ ਮੁਤਾਬਿਕ ਸੀਐਮ ਮਾਨ ਨੇ ਵਿਜੀਲੈਂਸ ਨੂੰ ਸੌਂਪੀ ਭਗਤੂਪੁਰਾ ਜ਼ਮੀਨ ਘੁਟਾਲੇ ਦੀ ਜਾਂਚ। ਮੁੱਢਲੀ ਜਾਂਚ ਦੇ ਵਿੱਚ ਤ੍ਰਿਪਤ ਬਾਜਵਾ ਅਤੇ 2 ਆਈਏਐਸ ਅਫਸਰਾਂ ਤੇ ਉੱਠ ਰਹੇ ਸਵਾਲ। ਸਾਬਕਾ ਮੰਤਰੀ ਸਾਧੂ ਸਿੰਘ ਧਰਮਸੋਤੀਆਂ ਦੇ ਖਿਲਾਫ ਇੱਕ ਹੋਰ ਨਵਾਂ ਕੇਸ ਦਰਜ ਕਰਨ ਦੀ ਤਿਆਰੀ। ਵਿਜੀਲੈਂਸ ਨੂੰ ਕਈ ਸ਼ਹਿਰਾਂ ਦੇ ਵਿੱਚ ਧਰਮਸੋਤ ਅਤੇ ਕਰੀਬੀਆਂ ਦੀ ਜਾਇਦਾਦ ਦਾ ਮਿਲਿਆ ਵੇਰਵਾ। ਮੋਹਾਲੀ ਵਿਚਲੇ ਪਲਾਟ ਬਾਰੇ ਵੀ ਚੋਣ ਕਮਿਸ਼ਨ ਨੂੰ ਜਾਣਕਾਰੀ ਨਾ ਦੇਣ ਦੇ ਇਲਜ਼ਾਮ। ਖੇਤੀਬਾੜੀ ਵਿਭਾਗ ਦੇ ਵਿੱਚ 100 ਕਰੋੜ ਰੁਪਏ ਦੇ ਘੁਟਾਲੇ ਦਾ ਪਰਦਾਫਾਸ਼। ਕੇਂਦਰ ਦੇ ਵੱਲੋਂ ਮਿਲੀ ਸਬਸਿਡੀ ਦੇ ਨਾਲ ਖਰੀਦੀਆਂ ਮਸ਼ੀਨਾਂ ਗਾਇਬ। ਖੇਤੀ ਵਿਭਾਗ ਨੇ ਸਰਕਾਰ ਨੂੰ ਸੌਂਪੀ ਰਿਪੋਰਟ। ਅਧਿਕਾਰੀਆਂ ਤੇ ਸਬਸਿਡੀ ਦੀ ਰਕਮ ਦੇ ਗਬਨ ਦਾ ਸ਼ੱਕ। ਸਿੱਧੂ ਮੂਸੇਵਾਲਾ ਕਤਲकांड ਦੇ ਵਿੱਚ ਹੁਣ ਗੈਂਗਸਟਰ ਜਤਿੰਦਰਪਾਲ ਸ਼ੇਰਗਿੱਲ ਤੋਂ ਵੀ ਪੁੱਛਗਿੱਛ। ਪ੍ਰੋਡਕਸ਼ਨ ਵਾਰੰਟ ਤੇ ਲੈ ਕੇ ਆਈ ਲੁਧਿਆਣਾ ਪੁਲਿਸ। ਜਤਿੰਦਰਪਾਲ ਤੇ ਹਥਿਆਰਾਂ ਦੀ ਸਪਲਾਈ ਕਰਨ ਦਾ ਸ਼ੱਕ। ਬੰਬੀਹਾ ਗਰੁੱਪ ਦੇ ਗੈਂਗਸਟਰ ਹਰਪ੍ਰੀਤ ਭੁੱਲਰ ਨੂੰ ਲੈ ਕੇ ਵੱਡਾ ਖੁਲਾਸਾ। ਸੂਤਰਾਂ ਦੇ ਮੁਤਾਬਿਕ 2 ਮਹੀਨੇ ਤੋਂ ਜ਼ੀਰਕਪੁਰ ਦੇ ਵਿੱਚ ਰਹਿ ਰਿਹਾ ਸੀ ਭੁੱਲਰ। 2 ਸਾਥੀਆਂ ਦੇ ਨਾਲ ਲਈ ਹੋਈ ਸੀ ਪਨਾਹ। ਜੰਮੂ ਕਸ਼ਮੀਰ ਦੇ ਰਾਜੌਰੀ ਦੇ ਵਿੱਚ ਵੱਡਾ ਅੱਤਵਾਦੀ ਹਮਲਾ ਨਾਕਾਮ। ਆਰਮੀ ਕੈਂਪ ਦੇ ਵਿੱਚ ਵੜਨ ਦੀ ਕੋਸ਼ਿਸ਼ ਕਰ ਰਹੇ 2 ਅੱਤਵਾਦੀ ਤੇ ਏਅਰ ਫੌਜ ਦੇ 3 ਜਵਾਨ ਵੀ ਸ਼ਹੀਦ। ਫਾਜ਼ਿਲਕਾ ਦੇ ਵਿੱਚ ਡਬਲ ਮਰਡਰ ਦੇ ਨਾਲ ਸਨਸਨੀ। ਪਤੀ ਪਤਨੀ ਦੀਆਂ ਮਿਲੀਆਂ ਲਾਸ਼ਾਂ। 2 ਦਿਨ ਪਹਿਲਾਂ ਕਤਲ ਕੀਤੇ ਜਾਣ ਦਾ ਸ਼ੱਕ। ਭਾਰੀ ਬਰਸਾਤ ਦੇ ਨਾਲ ਹਿਮਾਚਲ ਦੇ ਵਿੱਚ ਉਫਾਨ ਤੇ ਨਦੀਆਂ ਨਾਲੇ। ਕੁੱਲੂ ਦੇ ਕਈ ਪਿੰਡਾਂ ਦੇ ਵਿੱਚ ਸੈਲਾਬ ਦੇ ਨਾਲ ਤਬਾਹੀ। ਲੋਕਾਂ ਨੂੰ ਨਦੀ ਨਾਲਿਆਂ ਤੋਂ ਦੂਰ ਰਹਿਣ ਦੀ ਸਲਾਹ। ਦਿੱਲੀ ਦੇ ਵਿੱਚ ਫਿਰ ਪਰਤਿਆ ਮਾਸਕ ਨਾ ਲਗਾਉਣ ਤੇ 500 ਰੁਪਏ ਦਾ ਜੁਰਮਾਨਾ। ਹਾਲ ਹੀ ਦੇ ਵਿੱਚ ਦਿੱਲੀ 'ਚ ਵਧੇ ਨੇ ਕੋਰੋਨਾ ਕੇਸ। ਸਤਿ ਸ਼੍ਰੀ ਅਕਾਲ। ਸਮੇਂ ਦੇ ਬੁਲੇਟਿਨ 'ਚ ਸਵਾਗਤ ਹੈ। ਮੈਂ ਤੁਹਾਡੇ ਨਾਲ ਗੁਰਜੋਤ ਸੰਧੂ। ਜ਼ਿਕਰ ਕਰਾਂਗੇ ਸਭ ਤੋਂ ਪਹਿਲਾਂ ਬਿਕਰਮ ਮਜੀਠੀਆ ਦਾ, ਜਿਨ੍ਹਾਂ ਨੂੰ ਜ਼ਮਾਨਤ ਮਿਲੀ। 5.5 ਮਹੀਨੇ ਜੇਲ੍ਹ ਦੇ ਵਿੱਚ ਰਹੇ ਤਾਂ ਬਹੁਤ ਚਰਚਿਤ ਡਰੱਗ ਮਾਮਲਾ ਸੀ, ਜਿਸ ਨੂੰ ਲੈ ਕੇ ਸਮੇਂ-ਸਮੇਂ ਤੇ ਚਰਚਾ ਹੁੰਦੀ ਰਹੀ ਹੈ। ਸਰਕਾਰਾਂ ਬਣੀਆਂ ਵੀ ਔਰ ਢਈਆਂ ਵੀ ਇਸੇ ਮੁੱਦੇ ਤੇ ਇਹ ਕਹਿ ਸਕਦੇ ਹਾਂ। ਸੋ ਲਗਾਤਾਰ ਨਜ਼ਰਾਂ ਟਿਕੀਆਂ ਹੋਈਆਂ ਸਨ ਕਿ ਜ਼ਮਾਨਤ ਕਦੋਂ ਮਿਲੇਗੀ, ਕਿਉਂਕਿ ਵੱਖੋ-ਵੱਖ ਕੋਰਟਸ ਦੇ ਵਿੱਚ ਅਰਜ਼ੀ ਦਾਇਰ ਕੀਤੀ ਗਈ ਸੀ ਪਰ ਹਰ ਵਾਰ ਖਾਰਿਜ ਹੁੰਦੀ ਸੀ। ਪਰ ਬੀਤੇ ਦਿਨ ਅਜਿਹੀਆਂ ਕਿਹੜੀਆਂ ਦਲੀਲਾਂ ਰਹੀਆਂ, ਅਜਿਹੇ ਕਿਹੜੇ ਪੱਖ ਤੇ ਤੱਥ ਰੱਖੇ ਗਏ ਬਿਕਰਮ ਮਜੀਠੀਆ ਦੇ ਵਕੀਲ ਦੇ ਵੱਲੋਂ, ਜਿਸ ਆਧਾਰ ਤੇ ਇਹ ਜ਼ਮਾਨਤ ਮਿਲੀ ਹੈ। ਤਾਂ ਇਸ ਵੇਲੇ ਕੇਸ ਕਿੱਥੇ ਖੜਾ ਹੈ, ਸੋ ਇਸ ਨੂੰ ਲੈ ਕੇ ਸਾਰੀ ਚਰਚਾ ਕਰਾਂਗੇ। ਖਾਸ ਮਹਿਮਾਨ ਇਸ ਵੇਲੇ ਸਾਡੇ ਨਾਲ ਮੌਜੂਦ ਨੇ ਸਟੂਡੀਓ ਦੇ ਵਿੱਚ ਦਮਨਵੀਰ ਸੋਪਤੀ, ਉਹਨਾਂ ਦੇ ਕੋਲ ਵੀ ਚੱਲਾਂਗੇ। ਪਰ ਉਸ ਤੋਂ ਪਹਿਲਾਂ ਇੱਕ ਵਾਰ ਗ੍ਰਾਫਿਕ ਦੇ ਜ਼ਰੀਏ ਨਜ਼ਰ ਪਾਉਂਦੇ ਆ ਕਿ ਕੋਰਟ ਦੀਆਂ ਟਿੱਪਣੀਆਂ ਕੀ ਰਹੀਆਂ ਨੇ। ਫੈਸਲੇ ਦੇ ਵਿੱਚ ਹਾਈ ਕੋਰਟ ਨੇ ਆਖਿਆ ਕੀ ਹੈ ਔਰ ਉਸ ਤੋਂ ਬਾਅਦ ਕੀ ਤਸਵੀਰ ਸਾਹਮਣੇ ਆਈ ਹੈ। ਸੋ ਇੱਕ ਵਾਰ ਗ੍ਰਾਫਿਕ ਤੇ ਪਹਿਲਾਂ ਨਜ਼ਰ ਪਾਉਂਦੇ ਆ ਕਿ ਮਜੀਠੀਆ ਦੇ ਖਿਲਾਫ ਪੁਸ਼ਤ ਪਨਾਹੀ ਦਾ ਕੋਈ ਸਬੂਤ ਨਹੀਂ, ਯਾਨੀ ਕਿ ਡਰੱਗ ਸਪਲਾਈ ਦਾ ਵੀ ਕੋਈ ਸਬੂਤ ਨਹੀਂ। ਇਹ ਹਾਈ ਕੋਰਟ ਦੀ ਟਿੱਪਣੀ ਸੀ, ਜਿਸ ਤੋਂ ਬਾਅਦ ਕਹਿ ਸਕਦੇ ਹਾਂ ਕਿ ਇਹ ਸਾਰਾ ਮਾਮਲਾ ਕੁਝ ਸਾਫ਼ ਹੁੰਦਾ ਹੋਇਆ ਨਜ਼ਰ ਵੀ ਆਇਆ ਔਰ ਕੋਈ ਡਰੱਗ ਦੀ ਰਿਕਵਰੀ ਨਹੀਂ ਹੋਈ ਹੈ, ਜਿਸ ਦੇ ਆਧਾਰ ਤੇ ਕੋਰਟ ਦੇ ਵੱਲੋਂ ਕਿਹਾ ਗਿਆ ਕਿ ਹੁਣ ਅੰਦਰ ਰੱਖਣਾ ਇਸ ਵੇਲੇ ਬਿਕਰਮ ਮਜੀਠੀਆ ਨੂੰ ਜਿਹੜਾ ਉਹ ਰੱਖਣਾ ਪਵੇਗਾ। ਔਰ ਉਸ ਤੋਂ ਬਾਅਦ ਇੱਕ ਹੋਰ ਟਿੱਪਣੀ ਦਾ ਜ਼ਿਕਰ ਜ਼ਰੂਰ ਕਰਾਂਗੇ ਜੋ ਕੀਤੀ ਗਈ ਹੈ ਕਿ ਪੁਲਿਸ ਰਿਮਾਂਡ ਨਹੀਂ ਮੰਗਿਆ ਗਿਆ ਔਰ 8 ਸਾਲਾਂ ਦੇ ਬਾਅਦ FIR ਹੋਈ ਹੈ, ਯਾਨੀ ਕਿ ਮਾਮਲਾ ਦਰਜ ਕੀਤਾ ਗਿਆ। ਅਜਿਹਾ ਮਾਮਲਾ 8 ਸਾਲ ਬਾਅਦ ਜਿਹੜੀ FIR ਦਰਜ ਕੀਤੀ ਗਈ ਤਾਂ ਇਹ ਵੀ ਕਿਤੇ ਨਾ ਕਿਤੇ ਇੱਕ ਅਹਿਮ ਟਿੱਪਣੀ ਮੰਨੀ ਜਾ ਸਕਦੀ ਹੈ। ਔਰ ਪੁਸ਼ਤ ਪਨਾਹੀ ਦਾ ਵੀ ਕੋਈ ਸਬੂਤ ਨਹੀਂ ਹੈ, ਕਿਉਂਕਿ ਸਿੱਧੇ ਤੌਰ ਤੇ ਇਲਜ਼ਾਮਾਤ ਜਿਹੜੇ ਨੇ ਉਹ ਬਿਆਨਾਂ ਦੇ ਵਿੱਚ ਲੱਗਦੇ ਰਹੇ ਨੇ ਔਰ ਕਿਹਾ ਜਾਂਦਾ ਰਿਹਾ ਸਮੇਂ ਤੇ ਵੱਡੇ ਸਿਆਸਤਦਾਨ ਜਿਹੜੇ ਨੇ ਇਸ ਨੂੰ ਲੈ ਕੇ ਬਿਆਨਬਾਜ਼ੀਆਂ ਕਰਦੇ ਰਹੇ ਨੇ। ਪਰ ਕਹਿ ਸਕਦੇ ਹਾਂ ਕਿ ਸਿਰਫ ਤੇ ਸਿਰਫ ਇੱਕ ਜ਼ੁਬਾਨੀ ਹੀ ਰਹਿ ਗਿਆ ਜਾਂ ਫਿਰ ਜੋ ਹੁਣ ਟਿੱਪਣੀ ਸਾਹਮਣੇ ਆਈ ਹੈ। ਪਰ ਇੱਕ ਹੋਰ ਜ਼ਿਕਰ ਜ਼ਰੂਰ ਕਰਾਂਗੇ ਇਸ ਦੇ ਵਿੱਚ
ਅਦਾਲਤ ਨੇ ਇਹ ਵੀ ਕਿਹਾ ਕਿ ਇਸ ਨੂੰ ਪੱਕੇ ਤੌਰ ਤੇ ਨਾ ਮੰਨਿਆ ਜਾਵੇ, ਇਸ ਨੂੰ ਪੱਕੇ ਤੌਰ ਤੇ ਨਾ ਵੇਖਿਆ ਜਾਵੇ, ਕਿਉਂਕਿ ਫਿਲਹਾਲ ਜ਼ਮਾਨਤ ਤੇ ਜੋ ਫੈਸਲਾ ਹੈ ਉਸ ਦੇ ਲਈ ਇਹ ਟਿੱਪਣੀਆਂ ਕੀਤੀਆਂ ਗਈਆਂ ਨੇ। ਇਹ ਵੀ ਇੱਥੇ ਜ਼ਿਕਰਯੋਗ ਹੈ। ਪਰ ਅੱਗੇ ਕੇਸ ਨੂੰ ਕਿਸ ਤਰ੍ਹਾਂ ਦੇ ਨਾਲ ਵੇਖਿਆ ਜਾਵੇ, ਅੱਗੇ ਕੀ ਸੰਭਵਤਾ ਹੈ, ਜਾਂ ਇਸ ਵੇਲੇ ਜੋ ਜ਼ਮਾਨਤ ਮਿਲੀ ਹੈ ਇਹ ਟਿੱਪਣੀਆਂ ਨੂੰ ਲੈ ਕੇ ਜੋ ਇਹ ਵੱਡਾ ਕਹਿ ਸਕਦੇ ਹਾਂ ਕਈ ਪੇਜਾਂ ਦੀ ਜੋ ਇਹ ਕਾਗਜ਼ਾਤ ਜਿਹੜੇ ਸਾਹਮਣੇ ਆਏ ਨੇ, ਸੋ ਉਸ ਨੂੰ ਲੈ ਕੇ ਕੀ ਕੁਝ ਗੰਭੀਰਤਾ ਹੈ ਜਾਂ ਉਸ ਦੇ ਲਈ ਸਿੱਧਾ ਚੱਲਦੇ ਹਾਂ। ਮਹਿਮਾਨ ਨੇ ਸਾਡੇ ਨਾਲ ਸਟੂਡੀਓ ਦੇ ਵਿੱਚ ਮੌਜੂਦ ਨੇ, ਦਮਨਵੀਰ ਸੋਪਤੀ ਹੋਰੀ ਨੇ ਔਰ ਨਾਲ ਹੀ ਮੇਰੇ ਸਹਿਯੋਗੀ ਉਮੇਸ਼ ਸ਼ਰਮਾ ਵੀ ਮੌਜੂਦ ਨੇ। ਸਭ ਤੋਂ ਪਹਿਲਾਂ ਸਰ ਸਵਾਗਤ ਹੈ ਨਿਊਜ਼ 18 ਪੰਜਾਬ ਦੇ ਸਟੂਡੀਓ ਬਹੁਤ ਸ਼ੁਕਰੀਆ ਜੀ। ਸਭ ਤੋਂ ਪਹਿਲਾ ਸਵਾਲ ਇਹੀ ਹੈ ਕਿ ਜੋ ਫੈਸਲਾ ਕੱਲ ਆਇਆ ਜ਼ਮਾਨਤ ਅਰਜ਼ੀ ਤੇ, ਇਸ ਤੋਂ ਪਹਿਲਾਂ ਕਈ ਕੋਰਟ ਦਾ ਰੁਖ ਕੀਤਾ ਗਿਆ ਔਰ ਉੱਥੇ ਜ਼ਮਾਨਤ ਅਰਜ਼ੀ ਜਿਹੜੀ ਹੈ ਉਹ ਖਾਰਜ ਹੁੰਦੀ ਰਹੀ, ਪਰ ਕੱਲ ਜੋ ਜ਼ਮਾਨਤ ਮਿਲੀ ਹੈ ਇਸ ਦੇ ਵਿੱਚ ਕਿਸ ਤਰ੍ਹਾਂ ਦੇ ਤੱਥ ਤੇ ਰੱਖੇ ਗਏ ਨੇ, ਖਾਸ ਤੌਰ ਤੇ ਜੋ ਹਾਈ ਕੋਰਟ ਦੇ ਵੱਲੋਂ ਟਿੱਪਣੀਆਂ ਉਸ ਨੂੰ ਲੈ ਕੇ ਸਭ ਤੋਂ ਪਹਿਲਾਂ ਕੀ ਕੁਝ ਕਹੋਗੇ? ਜੀ ਇਹ ਤਾਂ ਬਿਲਕੁਲ ਗਲਤ ਹੈ ਕਿ ਕਈ ਕੋਰਟਾਂ 'ਚੋਂ ਬਿਕਰਮ ਸਿੰਘ ਮਜੀਠੀਆ ਦੀ ਜ਼ਮਾਨਤ ਰਿਜੈਕਟ ਹੋਈ ਹੈ। ਰੈਗੂਲਰ ਬੇਲ ਪਹਿਲੇ ਦਿਨ ਆਫ ਅਰੈਸਟ ਰਿਜੈਕਟ ਹੋਈ ਸੀਗੀ ਆਨਰੇਬਲ ਸੈਸ਼ਨਸ ਕੋਰਟ ਤੋਂ, ਉਹਦੇ ਬਾਅਦ ਇਹ ਸੈਕੰਡ ਸਟੇਜ ਸੀ। ਇਹਨਾਂ ਨੇ ਜਿਹੜਾ ਪਰਚਾ ਦਰਜ ਕੀਤਾ ਸੀ ਸਪੈਸੀਫਿਕਲੀ 27A ਥੱਲੇ ਕੀਤਾ ਸੀ। ਉਹਦੇ ਵਿੱਚ ਜ਼ਮਾਨਤ ਤਦ ਤੱਕ ਨਹੀਂ ਹੁੰਦੀ ਜਦ ਤੱਕ ਤੁਸੀਂ ਇਨੋਸੈਂਸ ਆਪਦੀ ਸਾਬਿਤ ਨਾ ਕਰਦੇ ਹੋ, ਕਿਉਂਕਿ ਇਸ ਐਕਟ ਥੱਲੇ ਲਿਖਿਆ ਹੈ ਕਿ ਕੋਰਟ ਨੇ ਫਾਈਂਡਿੰਗਸ ਦੇਣੀ ਹੈ ਕਿ ਜਿਹੜਾ ਮੁਲਜ਼ਮ ਹੈ ਉਹ ਇਨੋਸੈਂਟ ਹੈ, ਉਹਨੇ ਅਫੈਂਸ ਨਹੀਂ ਕੀਤਾ। ਸੋ ਕੱਲ ਇਹ ਬਹੁਤ ਵੱਡਾ ਫੈਸਲਾ ਆਇਆ, 26 ਪੇਜ ਦਾ ਫੈਸਲਾ ਹੈ। ਪਹਿਲਾਂ ਤਾਂ ਸੀਲ ਬੰਦ ਰਿਪੋਰਟਾਂ ਸਾਡੇ ਖਿਲਾਫ ਆਉਂਦੀ ਸੀਗੀਆਂ। ਕੱਲ ਇਹ ਸਟੇਟ ਦਾ ਜਿਹੜਾ ਫੇਟ ਹੈ, ਉਸ ਕੇਸ ਦਾ ਜਿਹੜਾ ਫੇਟ ਹੈ, ਕੱਲ ਇਹ 26 ਪੇਜ ਦੇ ਡਿਟੇਲ ਜਜਮੈਂਟ ਨੇ ਸੀਲ ਕਰ ਦਿੱਤਾ ਹੈ ਜੀ। ਕਲੀਅਰ ਫਾਈਂਡਿੰਗਸ ਨੇ ਕਿ ਬਿਕਰਮ ਸਿੰਘ ਮਜੀਠੀਆ ਇਨੋਸੈਂਟ ਡਿਕਲੇਅਰਡ ਹੈ ਐਜ਼ on the basis of material placed before us on date, which is yesterday. We are of the view that the evidence against petitioner is frail and not credible, and so reasonable grounds exist to believe that the petitioner is not guilty of drug trafficking. ਇਸ ਤੋਂ ਇੰਪੋਰਟੈਂਟ ਲਾਈਨਸ ਬੇਲ ਆਰਡਰ 'ਚ ਨਹੀਂ ਹੋ ਸਕਦੀਆਂ। ਹਾਰਬਰਿੰਗ 'ਚ, ਫਾਈਨੈਂਸਿੰਗ 'ਚ, ਆਪਦਾ ਘਰ, ਆਪਦਾ ਕੋਈ ਵੈਸਲ, ਆਪਦੀ ਕੋਈ ਗੱਡੀ ਦੇਣ ਵਾਸਤੇ ਜਾਂ ਕੌਨਸਪੀਰੇਸੀ ਵਿੱਚ ਚਾਰੇ ਚਾਰਜਸ 'ਚ ਉਹਨਾਂ ਨੂੰ ਨਿਰਦੋਸ਼ ਪਾਇਆ ਗਿਆ। ਇਹ ਫਾਈਂਡਿੰਗ ਨੇ ਹਾਈ ਕੋਰਟ ਦੇ ਆਰਡਰ ਦੀਆਂ। ਜੀ ਉਮੇਸ਼, ਤੁਸੀਂ ਵੀ ਸਵਾਲ ਲੈ ਸਕਦੇ ਹੋ। ਓਵਰ ਟੂ ਯੂ। ਬਿਲਕੁਲ, ਜਿਸ ਹਿਸਾਬ ਨਾਲ ਇਹ ਫਾਈਂਡਿੰਗਸ ਆਈਆਂ ਨੇ, ਕਿਉਂਕਿ ਜਦੋਂ ਕੋਈ ਆਰਡਰ, ਕਿਸੇ ਮਾਮਲੇ 'ਚ ਕੋਈ ਵੀ ਆਰਡਰ ਆਉਂਦਾ ਹੈ ਤਾਂ ਉਸ ਤੋਂ ਬਾਅਦ ਕਿੰਤੂ ਪਰੰਤੂ ਕਰਨਾ ਉਚਿਤ ਨਹੀਂ ਹੁੰਦਾ। ਕੋਰਟ ਦੇ ਆਰਡਰ ਦੇ ਤੇ ਕੋਈ ਟਿੱਪਣੀ ਵੀ ਨਹੀਂ ਕਰਨੀ ਹੁੰਦੀ। ਅਸੀਂ ਡਿਟੇਲ, ਅਸੀਂ ਸਪੈਸੀਫਿਕ ਇਸ ਆਰਡਰ ਦੀ ਗੱਲ ਕਰੀਏ, 26 ਪੇਜਾਂ ਦਾ ਆਰਡਰ, ਜਿਹੜੀ ਤੁਸੀਂ ਲਾਈਨਾਂ ਸੋਪਤੀ ਜੀ ਪੜ੍ਹੀਆਂ ਨੇ। ਮੈਂ ਚਾਹਾਂਗਾ ਕਿ NDPS ਐਕਟ ਦੇ ਅੰਡਰ ਜਿਹੜੀ ਇਹ FIR ਹੋਈ ਸੀਗੀ, NDPS ਐਕਟ ਕੀ ਕਹਿੰਦਾ ਡਿਟੇਲ ਚ, ਹਾਲਾਂਕਿ ਤਕਨੀਕੀ ਪਹਿਲੂ ਕਾਫੀ ਨੇ, ਮੋਟਾ ਹੀ ਹੁੰਦਾ ਕਿ ਡਰੱਗਸ ਨੂੰ ਲੈ ਕੇ, ਔਰ 27A ਸੈਕਸ਼ਨ, ਇਹ ਮੈਂ ਪੁੱਛਣਾ ਚਾਹਾਂਗਾ ਕਿ ਜਦੋਂ ਇਹ FIR ਹੋਈ, ਤੁਹਾਡੇ ਕੋਲ FIR ਦੀ ਕਾਪੀ ਆਂਦੀ ਹੈ, 27A ਸੈਕਸ਼ਨ ਕਿੰਨਾ ਕੁ ਵੱਡਾ ਸੈਕਸ਼ਨ ਹੈ, ਕਿੰਨੇ ਕੁ ਸਾਲ ਦੀ ਸਜ਼ਾ ਸੀਗੀ, ਕਿੱਦਾਂ ਤੁਸੀਂ ਫਿਰ ਅੱਗੇ ਆਪਣੀ ਪਟੀਸ਼ਨ ਤਿਆਰ ਕੀਤੀ? ਦੇਖੋ, ਬੜੀ ਅਫਸੋਸ ਦੀ ਗੱਲ ਹੈ ਕਿ ਇਹਨਾਂ ਨੇ 27A ਲਾਤਾ। DGP ਬਣੇ ਸੀ 8 ਦਿਨ ਵਾਸਤੇ ਸਰਦਾਰ ਚਟੋਪਾਧਿਆਏ, ਉਹਨਾਂ ਨੇ ਆਥਰ ਕੀਤੀ ਹੈ FIR, ਉਹਨਾਂ ਦੀ ਡਾਇਰੈਕਸ਼ਨ ਥੱਲੇ 27A ਲੱਗੀ ਹੈ। ਹਰਪ੍ਰੀਤ ਸਿੱਧੂ ਦੀ ਰਿਪੋਰਟ ਵੀ ਕੋਈ ਜ਼ਿਕਰ ਨਹੀਂ ਕਰਤੀ 27A ਦਾ। 27A ਦਾ ਇੰਬਾਰਗੋ ਇਹ ਹੈ ਜੀ ਕਿ ਜਦ ਤੱਕ, ਦੋ ਇੰਬਾਰਗੋ ਨੇ ਜੀ, ਕਿ ਜਦ ਤੱਕ ਇਨੋਸੈਂਸ ਸਾਬਿਤ ਨਹੀਂ ਹੁੰਦੀ ਤਦ ਤੱਕ ਬੇਲ ਨਹੀਂ ਮਿਲਣੀ। ਦੂਸਰਾ, ਇਹਦਾ ਜਿਹੜਾ ਡਿਫਾਲਟ ਬੇਲ ਪੀਰੀਅਡ ਹੈ 180 ਦਿਨ ਦਾ ਹੈ। ਔਰ ਦੇਖੋ ਕਿੰਨੀ ਅਫਸੋਸ ਦੀ ਗੱਲ ਹੈ ਕਿ ਹਾਈ ਕੋਰਟ ਦੀ ਅੱਜ ਫਾਈਂਡਿੰਗ ਆ ਗਈ 167ਵੇਂ ਦਿਨ ਕਿ 27A ਬਿਲਕੁਲ ਅਟਰੈਕਟ ਨਹੀਂ ਹੁੰਦੀ, ਤੇ ਜੇ 27A ਨਹੀਂ ਲੱਗ ਸਕਦੀ ਸੀ ਤੇ ਇਹਨਾਂ ਦੀ ਡਿਫਾਲਟ ਬੇਲ 90 ਦਿਨ 'ਚ ਹੋ ਜਾਣੀ ਸੀ, ਕਿਉਂਕਿ 167 ਦਿਨਾਂ 'ਚ ਵੀ ਅੱਜ ਤੱਕ ਚਲਾਨ ਨਹੀਂ ਆਇਆ। ਯਾਨੀ ਤੁਸੀਂ ਕਹਿ ਰਹੇ ਹੋ ਕਿ ਜਦੋਂ ਹਰਪ੍ਰੀਤ ਸਿੱਧੂ ਉਹਨਾਂ ਦਾ ਜ਼ਿਕਰ ਆਂਦਾ ਜਾਂ ਉਹਨਾਂ ਦੀ ਕੋਈ ਰਿਪੋਰਟ ਸੀਗੀ, ਉੱਥੇ 27 ਦਾ ਕਦੀ ਜ਼ਿਕਰ ਨਹੀਂ ਹੋਇਆ। ਇਹ ਜਦੋਂ ਕਾਂਗਰਸ ਦੀ ਸਰਕਾਰ ਆਈ ਔਰ ਤੁਸੀਂ ਜਿੱਦਾਂ ਜ਼ਿਕਰ ਕਹਿ ਰਹੇ ਹੋ ਕਿ DGP ਚਟੋਪਾਧਿਆਏ ਬਣੇ ਤਾਂ 27A ਐਡ ਕੀਤਾ ਗਿਆ। ਹਰਪ੍ਰੀਤ ਸਿੱਧੂ ਦੀ ਰਿਪੋਰਟ ਤਾਂ ਸੁਪਰਸੀਡ ਹੋ ਚੁੱਕੀ ਹੈ ਜੀ, ਔਰ ਉਹਨਾਂ ਦੀ ਜਿਹੜੀ ਰਿਪੋਰਟ ਕਿਉਂ ਆਈ, ਕਿਵੇਂ ਆਈ, ਇਹ ਹੁਣ ਹਰ ਇੱਕ ਨੂੰ ਪਤਾ ਹੈ ਜੀ ਕਿ ਉਹਨਾਂ ਦਾ ਫੈਮਿਲੀ ਰਿਲੇਸ਼ਨਸ਼ਿਪ ਕੀ ਹੈ, ਬੈਡ ਬਲੱਡ ਕਿਸ ਹੱਦ ਤੱਕ ਦਾ ਹੈ, ਆਪਸ 'ਚ ਬਹੁਤ ਕਲੋਜ਼ਲੀ ਰਿਲੇਟਡ ਨੇ, ਔਰ ਇਹਨਾਂ ਨੂੰ ਐਜ਼ ਅ ਇੰਪਾਰਸ਼ਲ ਆਫਿਸਰ ਰਿਕਿਊਜ਼ ਕਰਨਾ ਚਾਹੀਦਾ ਸੀ। ਕੋਰਟ ਨੇ ਇਹਨਾਂ ਦੀ ਜਿਹੜੀ ਰਿਪੋਰਟ ਹੈ ਉਹ ਸੁਪਰਸੀਡ ਕਰਤੀ, ਉਹਨਾਂ ਤੋਂ ਸੀਨੀਅਰ ਅਫਸਰ ਲਾ ਦਿੱਤੇ, ਹਾਈ ਪਾਵਰਡ ਕਮੇਟੀ ਬਣਾਈ, DGP ਤੇ ਹੋਮ ਸੈਕਟਰੀ, ਉਹ ਹਾਲੇ ਤੱਕ ਆਨਰੇਬਲ ਹਾਈ ਕੋਰਟ ਵਿੱਚ ਸੀਲਡ ਪਈ ਹੈ। ਬਾਰ-ਬਾਰ ਸਰਕਾਰ ਦੇ ਮੰਗਣ ਦੇ ਬਾਵਜੂਦ ਉਹ ਦੋਨੋਂ ਰਿਪੋਰਟਾਂ ਨਹੀਂ ਦਿੱਤੀ ਗਈਆਂ। ਇੱਕ ਰਿਪੋਰਟ ਗਲਤ ਤਰੀਕੇ ਨਾਲ ਖੋਲ ਕੇ ਉਹਦੇ ਉੱਤੇ ਪਰਚਾ ਦਰਜ ਕਰ ਦਿੱਤਾ, ਜਿਹੜੀ ਸੁਪਰਸੀਡਡ ਰਿਪੋਰਟ ਸੀ। ਉਸ ਰਿਪੋਰਟ ਵਿੱਚ ਵੀ ਕਿਧਰੇ ਵੀ ਫਾਈਨੈਂਸਿੰਗ ਤੇ ਹਾਰਬਰਿੰਗ ਦਾ ਕੋਈ ਜ਼ਿਕਰ ਨਹੀਂ ਸੀ। ਇਹ ਸਰਦਾਰ ਚਟੋਪਾਧਿਆਏ ਨੇ ਕਰਾਇਆ ਸੀ, ਔਰ ਅੱਜ ਇਹ ਫਾਈਂਡਿੰਗ ਆ ਗਈ ਹੈ ਕਿ 8 ਮਹੀਨੇ ਪਰਚਾ ਦਰਜ ਹੋਣ ਦੇ ਬਾਵਜੂਦ, 5 ਮਹੀਨੇ 16 ਦਿਨ ਦੀ ਕਸਟਡੀ ਹੋਣ ਦੇ ਬਾਵਜੂਦ,
ਔਰ ਤੁਸੀਂ ਉਸ ਦਾ ਰਿਮਾਂਡ ਤੁਸੀਂ ਐਂਟੀਸਿਪੇਟਰੀ ਬੇਲ ਐਪਲੀਕੇਸ਼ਨ ਇਸ ਕਰਕੇ ਰਿਜੈਕਟ ਕਰਾਈ ਕਿ ਉਹਦਾ ਬਿਕਰਮ ਸਿੰਘ ਮਜੀਠੀਆ ਦਾ ਪੁਲਿਸ ਕਸਟਡੀ ਬਹੁਤ ਇੰਪੋਰਟੈਂਟ ਹੈ ਔਰ ਤੁਸੀਂ ਪੁਲਿਸ ਰਿਮਾਂਡ ਵੀ ਨਹੀਂ ਮੰਗਿਆ। ਸੋ ਜਿੰਨੀ ਸ਼ੈਤਾਨੀ ਕਰ ਸਕਦੇ ਸੀ, ਜਿੰਨਾ ਮੈਲੀਫਾਈਡੀ ਕਰ ਸਕਦੇ ਸੀ, ਜਿੰਨਾ ਡਿਲੇ ਕਰ ਸਕਦੇ ਕਰ ਲਿਆ, ਪਰ ਅਖੀਰ ਹੁਣ ਸੱਚ ਤਾਂ ਸਾਹਮਣੇ ਆ ਗਿਆ ਜੀ, ਕੋਈ ਕੇਸ ਨਹੀਂ ਬਣਦਾ। ਸੋਪਤੀ ਜੀ ਗੱਲ ਦੱਸੋ, ਸੈਸ਼ਨ ਕੋਰਟ 'ਚ ਬੇਲ ਖਾਰਿਜ ਹੁੰਦੀ ਹੈ, ਸੈਸ਼ਨ ਕੋਰਟ ਦਾ ਜੇ ਬੇਲ ਆਰਡਰ ਜਦੋਂ ਖਾਰਿਜ ਹੋਇਆ, ਆਰਡਰ 'ਚ ਆਪਾਂ ਜੇ ਗੱਲ ਕਰੀਏ, ਆਰਡਰ ਵੀ ਤੁਹਾਡੇ ਕੋਲ ਹੋਣਾ, ਉਸ ਆਰਡਰ 'ਚ ਕਹਿੰਦੇ ਨੇ ਕਿ ਫਰਦਰ ਇਨਵੈਸਟੀਗੇਸ਼ਨ ਜਾਂ ਤਮਾਮ ਪਹਿਲੂ ਨੇ। ਹਾਈ ਕੋਰਟ 'ਚ ਦਲੀਲਾਂ ਤੁਹਾਡੀ ਉਹੀ ਸੀਗੀ, ਹਾਈ ਕੋਰਟ 'ਚ ਆਉਂਦੇ ਆਉਂਦੇ ਕੀ ਲੱਗਦਾ ਕਿ ਸੈਸ਼ਨ ਕੋਰਟ ਤੋਂ ਹਾਈ ਕੋਰਟ ਤੱਕ ਦਾ ਸਫ਼ਰ ਬੇਲ ਦਾ ਕਿੰਨਾ ਕੁ ਔਖਾ ਰਿਹਾ? ਦਲੀਲਾਂ 'ਚ ਕੋਈ ਹੋਰ ਐਡ ਹੋਈ ਹੈ? ਤੁਹਾਨੂੰ ਕੀ ਲੱਗਦਾ ਸੀਗਾ? ਦੇਖੋ, ਜਿਹੜੀ ਪਹਿਲੀ ਬੇਲ ਰਿਜੈਕਟ ਹੋਈ ਉਹ ਤਾਂ ਇੱਕ ਐਲੀਗੇਸ਼ਨਸ ਤੇ ਰਿਜੈਕਟ ਹੋ ਗਈ ਜੀ ਕਿ ਬਹੁਤ ਵੱਡਾ ਅਫੈਂਸ ਹੈ। 27A ਲੱਗਦੀ ਹੈ। ਅੱਜ ਦੀ ਦਿਨ ਉਹ ਅਰੈਸਟ ਹੋਏ ਨੇ, 24 ਫਰਵਰੀ 2022 ਨੂੰ ਅਰੈਸਟ ਹੋਏ ਨੇ, ਤਾਂ ਉਸੇ ਦਿਨ ਨੂੰ ਸਾਡੀ ਬੇਲ ਜਿਹੜੀ ਐਪਲੀਕੇਸ਼ਨ ਸੀ ਨੈਕਸਟ ਡੇ ਉਹ ਡਿਸਮਿਸ ਹੋ ਗਈ। ਸੋ ਉਸ ਵੇਲੇ ਆਨਰੇਬਲ ਕੋਰਟ ਕੋਲ ਕੋਈ ਤੱਥ ਨਹੀਂ ਸੀਗੇ। ਹੁਣ 5.5 ਮਹੀਨੇ ਦੇ ਬਾਅਦ ਸਟੇਟਸ ਰਿਪੋਰਟ ਮੰਗਾਈ ਗਈ, ਸਾਰਾ ਐਵੀਡੈਂਸ ਚੰਗੀ ਤਰ੍ਹਾਂ ਦੇਖਿਆ ਗਿਆ। ਇਸ 'ਚ ਹਰਪ੍ਰੀਤ ਸਿੱਧੂ ਦੀ 161 ਦੀ ਸਟੇਟਮੈਂਟ, ਨਿਰੰਜਨ ਸਿੰਘ ਦੀ 161 ਦੀ ਸਟੇਟਮੈਂਟ, ਬਿੱਟੂ ਔਲਖ ਦੀ 161 ਦੀ ਸਟੇਟਮੈਂਟ ਤੇ ਬੋਨੀ ਅਜਨਾਲਾ ਦੀ 161 ਦੀ ਸਟੇਟਮੈਂਟ, ਹਰ ਇੱਕ ਸਟੇਟਮੈਂਟ ਨੂੰ ਪੈਰਾ ਵਾਈਜ਼ ਪੈਰਾ ਚੈੱਕ ਕਰਕੇ ਕਲੀਅਰਲੀ ਹਾਈ ਕੋਰਟ ਦੀ ਫਾਈਂਡਿੰਗ ਨੇ ਕਿ ਕੋਈ ਵੀ ਸਟੇਟਮੈਂਟ ਇਹ ਸਾਬਿਤ ਨਹੀਂ ਕਰ ਸਕੀ ਕਿ ਫਾਈਨੈਂਸਿੰਗ ਜਾਂ ਹਾਰਬਰਿੰਗ ਸੀ। ਇਸ ਤੋਂ ਇਲਾਵਾ ਆਨਰੇਬਲ ਹਾਈ ਕੋਰਟ ਨੇ ਸਟ੍ਰਿਕਚਰਸ ਪਾਸ ਕੀਤੇ ਨੇ ਬੋਨੀ ਅਜਨਾਲਾ ਤੇ ਕਿ ਉਹ ਕਿਹੋ ਜਿਹਾ ਟਰਨ ਕੋਰਟ ਵਿਟਨੈਸ ਹੈ। ਉਸਨੇ ਸਾਰੀ ਦੀ ਸਾਰੀ ਝੂਠੀ ਗਵਾਹੀ ਇਸ ਕਰਕੇ ਦਿੱਤੀ ਹੈ, ਉਹਨੇ ਹਾਈਪ ਕ੍ਰੀਏਟ ਕੀਤੀ ਹੈ, ਥੀਸ ਆਰ ਦ ਵਰਡਸ ਆਫ ਦ ਆਨਰੇਬਲ ਹਾਈ ਕੋਰਟ, ਤਾਂ ਕਿ ਉਹਦੀ ਜੋ ਸਿਕਿਉਰਿਟੀ ਵਿਡਰਾਅ ਕੀਤੀ ਗਈ ਸੀ ਉਹਨੂੰ ਦੁਬਾਰਾ ਮੁਹੱਈਆ ਕਰਾਈ ਜਾਵੇ। ਔਰ ਸਰਕਾਰ ਨੇ ਹਾਈ ਕੋਰਟ 'ਚ ਮੰਨਿਆ ਕਿ ਉਹਦੀ ਜਿਹੜੀ ਸਿਕਿਉਰਿਟੀ ਹੈ ਉਹ ਸਿਰਫ ਵਾਪਸ ਨਹੀਂ ਦਿੱਤੀ ਗਈ, ਉਹ ਐਨਹਾਂਸ ਵੀ ਕੀਤੀ ਗਈ ਹੈ। ਸੋ ਜਿਹੜਾ ਇੰਪੋਰਟੈਂਟ ਪਹਿਲੂ ਬੋਨੀ ਅਜਨਾਲੇ ਦਾ ਹੈ, ਉਹ ਜਿਹੜੀ ਫਾਈਂਡਿੰਗ ਨੇ ਉਹ ਹੈਗੀਆਂ ਜੀ ਪੇਜ ਨੰਬਰ 23 ਤੇ, ਉਹ ਪੜ੍ਹਨੀਆਂ ਐਕਸਟ੍ਰੀਮਲੀ ਇੰਪੋਰਟੈਂਟ ਨੇ ਸਾਰੇ ਦਰਸ਼ਕਾਂ ਵਾਸਤੇ। ਪੰਜਾਬੀ ਜ਼ਰੂਰ ਪੜ੍ਹਿਓ ਕਿਉਂਕਿ ਦਰਸ਼ਕ ਸਾਡੇ ਪੰਜਾਬ ਦੇ ਹੋਰ ਵੀ ਬਾਕੀ ਦੇਖਣਗੇ, ਕਿਉਂਕਿ ਫਾਈਂਡਿੰਗ ਜਿਹੜੀ ਕੋਰਟ ਨੇ ਲਿਖੀ ਹੈ ਉਹ ਬੋਨੀ ਅਜਨਾਲਾ ਵਾਲੀ ਉਹ ਇਹ ਲਿਖਿਆ ਜੀ, ਮੈਂ ਤਾਂ ਸਮਝਾ ਦਵਾਂ ਜੀ ਕਿ ਅੰਡਰਸਟੈਂਡਿੰਗ ਰੀਡਿੰਗ ਆਫ ਦ ਆਰਡਰ ਮੀਨਸ ਕਿ ਇਹ ਇੱਕ ਕੁਇਡ ਪ੍ਰੋ ਕੋ ਥੱਲੇ ਇਹਨਾਂ ਦੀ ਆਪਸ 'ਚ ਸੈਟਿੰਗ ਹੋਈ। ਪਹਿਲਾਂ ਇਹ ਪਟੀਸ਼ਨ ਫਾਈਲ ਕਰਦੇ ਨੇ ਹਾਈ ਕੋਰਟ 'ਚ ਕਿ ਇਹਨਾਂ ਨੂੰ ਬਿਕਰਮ ਸਿੰਘ ਮਜੀਠੀਆ ਤੋਂ ਖਤਰਾ ਹੈ, ਔਰ ਰੂਬਰੂ ਜੋ ਸਟੇਟਮੈਂਟ ਦਿੰਦੇ ਨੇ, ਐਫੀਡੇਵਿਟ ਦਿੰਦੇ ਨੇ, ਉਹੀ 161 ਦੀ ਸਟੇਟਮੈਂਟ ਉਹ ਰਿਕਾਰਡ ਕਰ ਦਿੰਦੇ ਨੇ ਜਾ ਕੇ। ਔਰ ਉਹਦੇ ਬਾਅਦ ਸਟੇਟ ਹਾਈ ਕੋਰਟ ਦੀ ਕੋਈ ਡਾਇਰੈਕਸ਼ਨ ਨਹੀਂ ਹੈ, ਹਾਈ ਕੋਰਟ ਨੇ ਉਹ ਪਟੀਸ਼ਨ ਖਾਰਿਜ ਕਰਤੀ ਐਜ਼ ਇਨਫਰਕਚੁਅਸ, ਪਰ ਸਟੇਟ ਨੇ ਸਟੈਂਡ ਲਿਆ ਕਿ ਹਾਂਜੀ ਇਹਨੂੰ ਖਤਰਾ ਹੈ, ਇਹਦੀ ਸਿਕਿਉਰਿਟੀ ਅਸੀਂ ਐਨਹਾਂਸ ਕਰ ਦਿੰਦੇ ਹਾਂ। ਜਦ ਇਹਨੂੰ ਉਹ ਤੋਹਫਾ ਦੇ ਦਿੱਤਾ ਸਿਕਿਉਰਿਟੀ ਵਧਾਉਣ ਦਾ, ਤੇ ਉਹ ਜਾ ਕੇ ਆਪਣੀ ਸਟੇਟਮੈਂਟ ਦੇ ਕੇ ਆਇਆ। ਜ਼ਿਕਰਯੋਗ ਇਹ ਹੈ ਕਿ 20 ਦਸੰਬਰ ਨੂੰ ਜਦ ਪਰਚਾ ਦਰਜ ਹੋਇਆ ਸੀ ਤਾਂ ਬਿਕਰਮ ਸਿੰਘ ਮਜੀਠੀਆ ਦੇ ਫੇਵਰ 'ਚ ਉਹ ਰੋਸ ਮੁਜ਼ਾਹਰੇ ਕਰ ਰਿਹਾ ਸੀ, ਉਹ ਉੱਥੇ ਇਕੱਠ ਕਰ ਰਿਹਾ ਸੀ, ਉਹ ਡੀਸੀ ਦਫ਼ਤਰ ਅੰਮ੍ਰਿਤਸਰ ਨੂੰ ਘੇਰ ਰਿਹਾ ਸੀ, ਐਸਐਸਪੀ ਦਫ਼ਤਰ ਕਮਿਸ਼ਨਰ ਪੁਲਿਸ ਅੰਮ੍ਰਿਤਸਰ ਨੂੰ ਘੇਰ ਰਿਹਾ ਸੀ, ਔਰ ਇਹ ਕਹਿ ਰਿਹਾ ਸੀ ਕਿ ਇਹ ਸਿਆਸੀ ਰੰਜਿਸ਼ ਹੈ। ਔਰ ਉਹਨੇ ਕਈ ਸਾਰੇ ਤੰਜ ਕੱਸੇ ਕਾਂਗਰਸ ਦੀ ਸਰਕਾਰ ਤੇ। ਦ ਹੋਲ ਵਰਲਡ ਨੋਜ਼ ਦੈਟ ਹੀ ਇਜ਼ ਟਰਾਈਂਗ ਟੂ ਸਵਿਚ ਸਾਈਡਸ। ਉਸਨੇ ਹੁਣ ਜਿਹੜੇ ਸਾਰੀ ਉਮਰ ਉਹ ਡਿਫੈਂਸ ਵਿਟਨੈਸ ਰਿਹਾ ਹੈ, 8 ਸਾਲ ਬਾਅਦ ਪ੍ਰੋਸੀਕਿਊਸ਼ਨ ਵਿਟਨੈਸ ਬਣ ਗਿਆ, ਔਰ ਆਨਰੇਬਲ ਹਾਈ ਕੋਰਟ ਨੇ ਉਹ ਜਿਹੜੀ ਸਟੇਟਮੈਂਟ ਹੈ ਉਹ ਟੋਟਲੀ ਰਿਡੰਡੈਂਟ ਤੇ ਡਿਸਕਾਰਡ ਕਰਤੀ ਹੈ। ਔਰ ਇਹ ਫਾਈਂਡਿੰਗਸ ਨੇ ਕਿ ਇਹਦੀ ਜਿਹੜੀ ਐਵੀਡੈਂਸ ਉਹ ਕ੍ਰੈਡੀਬਲ ਨਹੀਂ ਹੈ, ਕਿਉਂਕਿ ਇਹਨੇ ਕੁਇਡ ਪ੍ਰੋ ਕੋ ਥੱਲੇ ਇਹ ਆਪਣਾ ਬਿਆਨ ਦਿੱਤਾ। ਸੋਪਤੀ ਜੀ, ਮੈਨੂੰ ਯਾਦ ਹੈ ਲਾਸਟ ਹੀਅਰਿੰਗ 29 ਜੁਲਾਈ ਦੇ ਆਸ-ਪਾਸ ਹੋਈ ਸੀਗੀ, ਜਿੱਥੇ ਕੋਰਟ ਨੇ ਕਿਹਾ ਸੀਗਾ ਉਸ ਹੀਅਰਿੰਗ ਤੋਂ ਪਹਿਲਾਂ ਕਿ ਤੁਸੀਂ ਵੀ, ਯਾਨੀ ਕਿ ਬਿਕਰਮ ਮਜੀਠੀਆ ਦੇ ਐਡਵੋਕੇਟਸ ਵੀ ਤੇ ਸਰਕਾਰੀ ਵਕੀਲ ਜਿਹੜੇ ਵੀਗਿਰੀ ਦਿੱਲੀ ਤੋਂ ਆਏ ਸੀਗੇ, ਕਿ ਆਪਣੇ ਆਪਣੇ ਪਹਿਲੂ ਸਿਨੋਪਸਿਸ ਲਾਅ ਪੁਆਇੰਟ ਸਾਰੇ ਲੈ ਕੇ ਆਓ, ਸੁਣਾਂਗੇ। ਉਸ ਦਿਨ ਤੁਹਾਨੂੰ ਜਿਹੜੀ ਪ੍ਰੇਅਰ ਹੁੰਦੀ ਹੈ, ਆਰਐਸ ਚੀਮਾਰ ਤੁਸੀਂ ਉੱਥੇ ਮੌਜੂਦ ਸੀਗੇ, ਕੋਰਟ ਵਿੱਚ ਆਰਗੂ ਕਰ ਰਹੇ ਸੀਗੇ, ਉਹ ਤੁਹਾਨੂੰ ਲੱਗਦਾ ਹੈ ਕਿ ਤੁਹਾਡੀ ਪਹਿਲੇ ਦਿਨ ਤੋਂ ਪ੍ਰੇਅਰ ਸੀਗੀ ਕਿ ਪੋਲੀਟੀਕਲ ਵੈਂਡੇਟਾ ਤੁਸੀਂ ਗੱਲ ਕਰਦੇ ਹੋ? ਹੋਰ ਇਹਦੇ ਪ੍ਰੇਅਰ 'ਚ ਤੁਹਾਨੂੰ ਕੀ ਲੱਗਦਾ ਤੁਹਾਡੇ ਮੇਨ ਜੇ 5 ਪੁਆਇੰਟ ਮੈਂ ਪੁੱਛਾਂ, ਖਾਲੀ ਪੋਲੀਟੀਕਲ ਵੈਂਡੇਟਾ ਤਾਂ ਚਲੋ ਇੱਕ ਤੁਹਾਡਾ ਸ਼ੁਰੂ ਤੋਂ ਪੁਆਇੰਟ ਰਿਹਾ, ਉਸ ਤੋਂ ਇਲਾਵਾ ਹੋਰ ਪੁਆਇੰਟ ਕੀ ਸੀਗੇ? ਦੇਖੋ, ਇਹ ਥੋੜੇ ਜੇ ਸ਼ਾਇਦ ਦਰਸ਼ਕਾਂ ਵਾਸਤੇ ਟੈਕਨੀਕਲ ਹੋਣਗੇ, ਪਰ ਬਿਕੋਜ਼ ਇਹ ਇੱਕ ਪਬਲਿਕ ਪਰਸਨੈਲਿਟੀ ਹੈ, ਇਹ ਸੱਚ ਜਾਣਨਾ ਲੋਕਾਂ ਦਾ ਅਧਿਕਾਰ ਹੈ। ਸੋ ਜਿਹੜੇ ਸਾਡੇ ਮੇਨ ਇਸ਼ੂ ਸੀਗੇ ਜੀ, ਕਿ ਪਹਿਲਾਂ ਤਾਂ ਜਿਹੜੇ ਸਾਰੇ ਮੁਲਜ਼ਮ ਨੇ ਉਹ 4 FIR ਦਰਜ ਹੋਈਆਂ ਹਾਈ ਕੋਰਟ 'ਚ, ਅੱਜ ਆਰਡਰ 'ਚ ਆ ਗਿਆ ਜੀ। 4 FIRs NDPS ਦੀ 2013 'ਚ ਰਜਿਸਟਰ ਹੋਈ ਸੀਗੀ। ਉਹ ਸਾਰੇ ਕੇਸਾਂ ਵਿੱਚ ਬਿਕਰਮ ਸਿੰਘ ਮਜੀਠੀਆ ਮੁਲਜ਼ਮ ਨਹੀਂ ਬਣੇ, ਚਲਾਨ ਪੇਸ਼ ਹੋ ਗਿਆ, ਉਹਨਾਂ ਨੂੰ ਅਕਿਊਜ਼ ਨਹੀਂ ਬਣਾਇਆ। ਇਹਨਾਂ ਵਿੱਚੋਂ 4 ਮੁਲਜ਼ਮ, ਕਈ ਸਾਰੇ ਮੁਲਜ਼ਮ ਆਨਰੇਬਲ ਹਾਈ ਕੋਰਟ 'ਚ ਗਏ, ਉਹਨਾਂ ਨੇ ਮੰਗੀ ਕਿ CBI ਨੂੰ ਇਹ ਜਾਂਚ ਦੇ ਦਿਓ, ਇੱਥੇ ਇਨਵੈਸਟੀਗੇਸ਼ਨ ਫੇਅਰ ਨਹੀਂ ਹੋਏਗੀ। ਆਨਰੇਬਲ DB ਆਫ ਹਾਈ ਕੋਰਟ ਨੇ CWP 88 2014 ਵਿੱਚ ਡਾਇਰੈਕਸ਼ਨ ਦਿੱਤੀਆਂ ਕਿ ਇੱਕ ਕੋਰਟ ਮੋਨੀਟਰਡ, ਕੋਰਟ ਅਪਾਇੰਟਡ SIT ਬਣੇਗੀ, ਜਿਹਦੇ ਵਿੱਚ 3
ਆਊਟ ਆਫ ਦ ਸਟੇਟ ਆਈਜੀ ਆਫੀਸਰਸ, ਬਿਲਕੁਲ ਸੀਨੀਅਰ ਔਰ ਕੇਪੇਬਲ ਆਫੀਸਰਸ ਵੀ ਨੀਰਜਾ ਜੀ, ਨਗੇਸ਼ਵਰ ਰਾਓ ਜੀ ਤੇ ਈਸ਼ਵਰ ਸਿੰਘ ਜੀ ਨੂੰ ਬਣਾਇਆ ਸੀ। ਉਹਨਾਂ ਨੂੰ ਡਾਇਰੈਕਸ਼ਨ ਦਿੱਤੀ ਸੀਗੀਆਂ ਕਿ ਸਾਰੇ ਦੇ ਸਾਰੇ ਐਫਆਈਆਰਸ ਉਹਨਾਂ ਕੋਲ ਪਹੁੰਚ ਜਾਣਗੀਆਂ। ਆਈਓਸ ਨੂੰ ਡਾਇਰੈਕਸ਼ਨ ਦਿੱਤੀ ਹੈ ਕਿ ਸਾਰਾ ਮਟੀਰੀਅਲ ਉਹਨਾਂ ਨੂੰ ਦੇ ਦਿਓ। ਰੀ ਇਨਵੈਸਟੀਗੇਸ਼ਨ, ਫਰਦਰ ਇਨਵੈਸਟੀਗੇਸ਼ਨ ਦਾ ਉਹਨਾਂ ਨੂੰ ਡਾਇਰੈਕਸ਼ਨ ਦਿੱਤੀ। ਮੈਨੂੰ ਮੋਨੀਟਰ ਕਰਨਗੇ ਉਹ। ਮੋਨੀਟਰ ਤਾਂ ਹਾਈ ਕੋਰਟ ਨੇ ਕਈ ਵਾਰ ਕੀਤੀ ਜੀ। ਉਹ ਐਸਆਈਟੀ ਬਣ ਗਏ, ਉਹ ਇਨਵੈਸਟੀਗੇਸ਼ਨ ਟੀਮ ਖੁਦ ਬਣ ਗਏ ਔਰ ਉਹਨਾਂ ਨੇ 10 ਚਲਾਨ ਪੇਸ਼ ਕੀਤੇ ਨੇ ਔਰ ਉਹ ਸਾਰੀ ਰਿਪੋਰਟਾਂ ਹਾਈ ਕੋਰਟ ਵਿੱਚ ਟਾਈਮ ਆਫਟਰ ਟਾਈਮ ਉਹ ਦਿੰਦੇ ਗਏ। 10 ਰਿਪੋਰਟਾਂ 'ਚ ਬਿਕਰਮ ਸਿੰਘ ਮਜੀਠੀਆ ਦਾ ਕੋਈ ਜ਼ਿਕਰ ਨਹੀਂ, ਨਾ ਹੀ ਕਿਸੇ ਪ੍ਰੋਸੀਕਿਊਸ਼ਨ ਐਵੀਡੈਂਸ 'ਚ ਟ੍ਰਾਇਲ ਕੋਰਟ 'ਚ ਉਹਨਾਂ ਦਾ ਨਾਂ ਆਇਆ, ਨਾ ਆਨਰੇਬਲ ਕੋਰਟ ਨੇ, ਸੈਸ਼ਨਸ ਕੋਰਟ ਨੇ ਆਪਣੀ ਪਾਵਰ 190 ਥੱਲੇ ਜਾਂ 319 ਥੱਲੇ ਉਹਨਾਂ ਨੂੰ ਸਮਨ ਕੀਤਾ। ਜਿਵੇਂ ਸੁਖਪਾਲ ਖਹਿਰਾ ਨੂੰ 319 'ਚ ਸਮਨ ਕੀਤਾ, ਕਈ ਸਾਰੇ ਲੋਕਾਂ ਨੂੰ 319 'ਚ ਸਮਨ ਕੀਤਾ। ਅੱਜ ਤੱਕ 319 'ਚ ਕੋਈ ਉਹਨਾਂ ਨੂੰ ਸਮਨਿੰਗ ਨਹੀਂ ਹੋਈ ਤੇ ਵਰਡਿਕਟ ਆ ਗਿਆ। ਕਈ ਦੋਸ਼ੀ ਬਰੀ ਹੋ ਗਏ, ਕਈ ਦੋਸ਼ੀ ਕੈਦ ਹੋ ਗਏ। ਉਸ ਦੇ ਬਾਅਦ ਸੈਕੰਡ ਐਫਆਈਆਰ ਅੰਡਰ ਕਾਨੂੰਨ ਮੇਨਟੇਨੇਬਲ ਨਹੀਂ ਹੈ। ਸਾਡਾ ਸਭ ਤੋਂ ਪਹਿਲਾ ਪਹਿਲੂ ਇਹ ਸੀ ਕਿ ਸੈਕੰਡ ਐਫਆਈਆਰ ਇਹ ਕਿਤੇ ਨਾ ਕਿਤੇ ਇੱਕ ਵੱਡਾ ਆਧਾਰ ਮੰਨਦੇ ਹੋ ਜ਼ਮਾਨਤ ਮਿਲਣ ਦਾ ਕਿ ਜਦੋਂ 2013 ਚ ਐਫਆਈਆਰ ਹੁੰਦੀਆਂ ਨੇ, ਸੱਤਾ ਪਿੰਦੀ ਜਿਹੜੇ ਵੀ ਨਾਮ ਸੀਗੇ ਜਿਨ੍ਹਾਂ ਨੂੰ ਜੋੜਿਆ ਜਾਂਦਾ ਸੀ ਬਿਕਰਮ ਮਜੀਠੀਆ ਦੇ ਨਾਲ, ਉਹ ਬੰਦੇ ਚਾਹੇ ਬਰੀ ਹੋਏ ਜਾਂ ਕਿਸੇ ਕੈਦ ਹੋਏ, ਬਿਕਰਮ ਮਜੀਠੀਆ ਦਾ ਨਾਮ ਮਤਲਬ ਕਿਤੇ ਆਇਆ ਨਹੀਂ। ਇਹ ਕਿਤੇ ਨਾ ਕਿਤੇ ਵੱਡਾ ਆਧਾਰ ਮੰਨਦੇ ਹੋ? ਇਹ ਬਹੁਤ ਵੱਡਾ ਆਧਾਰ ਹੈ ਜੀ ਅੱਜ ਫੈਸਲੇ ਦਾ। ਪਰ ਮੈਂ ਤੁਹਾਨੂੰ ਇੱਕ ਹੋਰ ਗੱਲ ਦੱਸ ਦਵਾਂ ਕਿ ਇੱਕ ਇਹਨਾਂ ਨੇ ਹੁਣ ਐਲੀਗੇਸ਼ਨ ਲਾਤਾ ਸੀ ਹਾਰਬਰਿੰਗ ਦਾ ਔਰ ਇਹ ਕਿਹਾ ਸੀ ਕਿ ਸੱਤੇ ਨੂੰ ਹਾਰਬਰ ਕੀਤਾ ਹੈ। ਔਰ ਜਿਹੜੀ ਉਹ ਕੋਰਟ ਦੀਆਂ ਫਾਈਂਡਿੰਗ ਨੇ ਉਹ ਬੜੀ ਹੀ ਦਿਲਚਸਪ ਨੇ। ਉਸ ਤੇ ਕਲੀਅਰਲੀ ਲਿਖਿਆ ਗਿਆ ਹੈ ਕਿ ਇਹ ਸਰਕਾਰ ਦਾ ਆਪ ਦਾ ਸਟੈਂਡ ਹੈ ਕਿ 2013 ਤੋਂ ਬਾਅਦ ਸਤਪ੍ਰੀਤ ਸਿੰਘ ਸੱਤਾ ਹਿੰਦੁਸਤਾਨ ਦੀ ਧਰਤੀ ਤੇ ਨਹੀਂ ਉਹਨੇ ਆਪਣੇ ਪੈਰ ਰੱਖੇ। ਇੱਕ ਹੋਰ ਜ਼ਿਕਰ ਹੋ ਰਿਹਾ ਹੈ ਔਰ ਇਹ ਵੀ ਕਰਾਂਗੇ ਕਿ ਰਿਮਾਂਡ ਵੀ ਨਹੀਂ ਮੰਗਿਆ ਗਿਆ, ਤਾਂ ਇਹ ਵੀ ਇੱਕ ਮਜ਼ਬੂਤ ਟਿੱਪਣੀ ਕਹਿ ਸਕਦੇ ਮੈਂ ਰਿਮਾਂਡ ਤੇ ਆ ਜਾਣਾ ਜੀ। ਪਰ ਜਿਹੜੀ ਇੰਪੋਰਟੈਂਟ ਗੱਲ ਹੈ ਜੀ ਕਿ ਪਹਿਲੀ ਵਾਰ ਸਤਪ੍ਰੀਤ ਸੱਤਾ ਨੂੰ 24 ਦਸੰਬਰ 2022 ਨੂੰ ਮੁਜਰਮ ਬਣਾਇਆ। ਜਿਹੜਾ ਬੰਦਾ ਮੁਜਰਮ ਹੀ ਨਹੀਂ ਸੀ ਉਹਨੂੰ ਹਾਰਬਰ ਜਾਂ ਉਹਨੂੰ ਸਕਰੀਨ ਕਰਨ ਦਾ ਸਵਾਲ ਹੀ ਨਹੀਂ ਪੈਦਾ ਹੁੰਦਾ। ਇਹ ਹਾਈ ਕੋਰਟ ਦੀਆਂ ਫਾਈਂਡਿੰਗ ਨੇ ਜੀ। ਹੁਣ ਅੱਜ ਇਹ ਜੋ ਰਿਮਾਂਡ ਤੇ ਐਂਟੀਸਪੇਟਰੀ ਬੇਲ ਜਦ ਦਿਖਦਾ ਸੀ ਹੋ ਗਈ ਤਾਂ ਉਹਨਾਂ ਨੇ ਇਹ ਗਰਾਊਂਡ ਲਿਆ ਜੀ ਕਿ ਇਹ ਬਹੁਤ ਵੱਡਾ ਡਰੱਗ ਮਸਲਾ ਹੈ ਜੀ, ਇਹ ਬਹੁਤ ਪਾਵਰਫੁਲ ਆਦਮੀ ਹੈ ਜੀ, ਇਹਦੀ ਸਾਨੂੰ ਪੁਲਿਸ ਕਸਟਡੀ ਬਹੁਤ ਇੰਪੋਰਟੈਂਟ ਚਾਹੀਦੀ ਹੈ। ਅੰਦਰਲੇ ਖਾਤੇ ਉਹ ਬੇਲ ਰਿਜੈਕਟ ਕਰਾਣੀ ਸੀ ਪਰ ਇਹਨਾਂ ਨੂੰ ਕਨਫਰੰਟ ਕਰਾਉਣ ਵਾਸਤੇ ਇੱਕ ਵੀ ਮਟੀਰੀਅਲ ਨਹੀਂ ਸੀ। ਇਹ ਵੀ ਤੁਹਾਨੂੰ ਯਾਦ ਹੋਏਗਾ ਜੀ ਕਿ ਆਨਰੇਬਲ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਨੇ ਇੰਟਰਿਮ ਬੇਲ ਐਂਟੀਸਪੇਟਰੀ ਦਿੱਤੀ ਸੀ। ਉਹ 4 ਵਾਰ ਜਾ ਕੇ ਸ਼ਾਮਿਲ ਤਫਤੀਸ਼ ਹੋਏ, ਜੋ ਰਿਕਾਰਡ ਚਾਹੀਦਾ ਸੀ, ਪੁਰਾਣੇ ਤੋਂ ਪੁਰਾਣਾ ਰਿਕਾਰਡ, ਹਰ ਇੱਕ ਚੀਜ਼ ਉਹਨਾਂ ਨੇ ਜਾ ਕੇ ਆਪਦਾ ਸਹਿਯੋਗ ਦਿੱਤਾ। ਦੇ ਵਰ ਲੈਫਟ ਵਿਦ ਨੋ ਚੋਇਸ। ਜਦ ਉਹਨਾਂ ਨੇ ਫਿਰ ਆਨਰੇਬਲ ਹਾਈ ਸੁਪਰੀਮ ਕੋਰਟ ਦੀ ਡਾਇਰੈਕਸ਼ਨਸ ਦੀ ਇਨ ਬਿਨ ਪਾਲਣਾ ਕਰਦੇ 24 ਤਰੀਕ ਨੂੰ ਸਪੈਸ਼ਲ ਕੋਰਟ ਕੋਲ ਸਰੈਂਡਰ ਕਰਤਾ। ਰਿਮਾਂਡ ਦੀ ਐਪਲੀਕੇਸ਼ਨ ਸਿਰਫ ਜੁਡੀਸ਼ੀਅਲ ਕਸਟਡੀ ਦੀ ਸੀ ਔਰ ਲਿਖਿਆ ਸੀ that he has absolutely cooperated in investigation and he is not required to be in police custody। ਸੋ ਇਹ ਦੋ ਗੱਲਾਂ ਕੰਮ ਔਰ ਇਹ ਸਾਰਾ ਕੁਝ ਅੱਜ ਸਾਹਮਣੇ ਆ ਗਿਆ ਜੀ। ਔਰ ਇੱਕ ਕੋਰਟ ਹਾਈ ਕੋਰਟ ਦੀ ਫਾਈਂਡਿੰਗ ਨੇ ਕਿ ਤੁਸੀਂ ਉਹਦੀ ਐਂਟੀਸਪੇਟਰੀ ਬੇਲ ਰਿਜੈਕਟ ਕਰਾਈ ਇਹ ਕਹਿ ਕੇ ਕਿ ਇਨਵੈਸਟੀਗੇਸ਼ਨ ਜ਼ਰੂਰੀ ਹੈ ਔਰ ਤੁਹਾਡੇ ਕੋਲ ਕੋਈ ਮਟੀਰੀਅਲ ਨਹੀਂ ਸੀ ਉਹਨੂੰ ਕਨਫਰੰਟ ਕਰਨ ਦਾ ਤੇ ਤੁਸੀਂ ਉਹਨੂੰ ਜੁਡੀਸ਼ੀਅਲ ਕਸਟਡੀ 'ਚ ਭੇਜਤਾ। ਕੋਰਟ ਦੀ ਫਾਈਂਡਿੰਗ ਜੇ ਆਪਾਂ ਪੜ੍ਹੀਏ, ਕਿਉਂਕਿ 26 ਪੇਜਾਂ 'ਚ ਸੋਪਤੀ ਜੀ ਕੱਲ ਆਰਡਰ 'ਚ ਇਹ ਵੀ ਆਪਾਂ ਦੇਖਿਆ ਕਿ ਕੋਰਟ ਨੇ ਕਿਹਾ ਕਿ ਜਿਹੜੇ ਪਿੰਦੀ ਸੱਤਾ ਦੀ ਆਪਾਂ ਗੱਲ ਕਰ ਰਹੇ ਨੇ 2013 ਤੋਂ ਬਾਅਦ ਇਹ ਪੰਜਾਬ ਨਹੀਂ ਆਏ, ਉਸ ਤੋਂ ਪਹਿਲਾਂ ਆਂਦੇ ਰਹੇ ਔਰ ਪ੍ਰੋਕਲਮ ਅਫੈਂਡਰ ਇਹਨਾਂ ਨੂੰ 2014 'ਚ, ਜੇ ਮੈਂ ਸਹੀ ਹਾਂ ਤਾਂ ਆਰਡਰ 'ਚ ਲਿਖਿਆ ਹੋਇਆ, ਇਹਨਾਂ ਨੂੰ ਘੋਸ਼ਿਤ ਕੀਤਾ ਗਿਆ ਔਰ ਕੈਨੇਡੀਅਨ ਗਵਰਨਮੈਂਟ ਦੇ ਪਾਸ ਉਹ ਐਪਲੀਕੇਸ਼ਨ ਵੀ ਪੈਂਡਿੰਗ ਹੈ ਤੇ ਉਸ ਤੋਂ ਬਾਅਦ ਦਾ ਲਿੰਕ ਕਿਤੇ ਨਾ ਕਿਤੇ ਕੜੀਆਂ ਨਹੀਂ ਜੁੜਦੀ। ਦੇਖੋ ਇਹ ਹੁਣ ਜਿਹੜੇ ਦੋ ਸੈਟਸ ਆਫ ਐਨਆਰਆਈਜ਼ ਨੇ, ਇੱਕ ਪਿੰਦੀ ਐਂਡ ਲਾਡੀ, ਦੂਸਰਾ ਸਤਪ੍ਰੀਤ ਸੱਤਾ, ਇਹਨਾਂ ਨੂੰ ਡਿਸਟਿੰਗੁਇਸ਼ ਕਰਨਾ ਬੜਾ ਜ਼ਰੂਰੀ ਹੈ। ਪਿੰਦੀ ਤੇ ਲਾਡੀ ਹੈਵ ਨੈਵਰ been in touch or contact. Bikram Singh Majithia has never seen or heard of them till this FIR, till the allegation of drug came along. They have ਔਰ ਇਹ ਬਿਲਕੁਲ ਰਿਕਾਰਡ ਤੇ ਆ ਗਿਆ ਕਿ ਇਹਨਾਂ ਦਾ ਕੋਈ ਐਬਸੋਲੂਟ ਕੋਈ ਲਿੰਕ ਐਸਟੈਬਲਿਸ਼ ਨਹੀਂ ਹੋਇਆ। ਉਹ ਲਿੰਕ ਦੀ ਇਹ ਗੱਲ ਹੋਈ ਹੈ ਜੀ। ਜਿਹੜੀ ਸਤਪ੍ਰੀਤ ਸੱਤਾ ਦੀ ਗੱਲ ਹੈ ਉਹ ਇੱਕ ਕੈਨੇਡੀਅਨ ਡੈਲੀਗੇਸ਼ਨ ਨਾਲ ਉੱਥੇ ਦੇ ਮਿਨਿਸਟਰ ਦੇ ਨਾਲ ਆਇਆ ਸੀ। ਬਿਕਰਮ ਸਿੰਘ ਮਜੀਠੀਆ ਉਸ ਵੇਲੇ NRI ਅਫੇਅਰਸ ਮਿਨਿਸਟਰ ਸੀ ਐਂਡ he was hosted along with the Canadian delegation ਔਰ ਇਹ ਗੱਲ ਕਦੇ ਵੀ ਅੱਜ ਤੱਕ ਰਿਫਿਊਟ ਨਹੀਂ ਹੋ ਸਕੀ। ਔਰ ਜਿਹੜੀ ਅੱਜ ਦੀ ਫਾਈਂਡਿੰਗ ਹੈ ਕਿ ਤੁਸੀਂ ਐਲੀਗੇਸ਼ਨ ਲਾਣਾ ਤਾਂ ਬਹੁਤ ਆਸਾਨ ਹੈ ਪਰ ਤੁਸੀਂ ਉਹ ਸਾਬਿਤ ਵੀ ਕਰਨੀ ਹੈ। ਹੁਣ ਬੰਦੇ ਦੀ ਕਸਟਡੀ ਹੋ ਗਈ, ਹੁਣ ਉਹ ਤੁਹਾਡੇ ਸਾਹਮਣੇ, ਉਹ ਨਾਓ ਦ ਬਾਲ ਇਜ਼ ਇਨ ਯੋਰ ਕੋਰਟ। ਤੁਸੀਂ ਹਾਰਬਰ ਦੀ ਗੱਲ ਕਰ ਰਹੇ ਹੋ ਤੇ ਪਹਿਲੀ ਵਾਰ ਮੁਜਰਮ ਸਤਪ੍ਰੀਤ ਸੱਤਾ ਨੂੰ ਆਫਟਰ ਇੰਪਲੀਕੇਸ਼ਨ ਆਫ ਬਿਕਰਮ ਸਿੰਘ ਮਜੀਠੀਆ ਉਸ ਤੋਂ ਅਗਲੇ ਦਿਨ 24/12/2022 ਨੂੰ ਪਹਿਲੀ ਵਾਰ ਤੁਹਾਨੂੰ ਮੁਜਰਮ ਬਣਾ ਰਹੇ ਹੋ ਤੇ 2013 ਤੋਂ ਬਾਅਦ ਉਹ ਕਦੇ ਹਿੰਦੁਸਤਾਨ ਦੀ ਸਰਜ਼ਮੀਨ ਤੇ ਨਹੀਂ ਆਇਆ ਤੇ ਤੁਸੀਂ
ਹਾਰਬਰਿੰਗ ਕਿਵੇਂ ਕਹਿ ਸਕਦੇ ਹੋ, ਇਸ ਕਰਕੇ ਉਹ ਕਲੀਅਰ ਲਿਖ ਦਿੱਤਾ ਗਿਆ ਕਿ ਇਹ ਬਿਲਕੁਲ ਵੀ ਫਾਈਂਡਿੰਗ ਜਿਹੜੀ ਐਲੀਗੇਸ਼ਨ ਹੈ ਉਹ ਇਨਕਰੈਕਟ। ਮਤਲਬ ਚੇਨ ਦੇ ਚੇਨ ਜੋੜੀਏ, ਤੁਸੀਂ ਕਹਿ ਰਹੇ ਹੋ ਕਿ ਜਦੋਂ ਵਿਕਰਮ ਮਜੀਠੀਆ ਦੇ ਖਿਲਾਫ ਐਫਆਈਆਰ ਹੁੰਦੀ ਹੈ ਉਸ ਤੋਂ ਬਾਅਦ ਸੱਤੇ ਨੂੰ ਪਾਇਆ ਜਾਂਦਾ ਹੈ, ਉਹਦੇ ਖਿਲਾਫ ਵੀ ਐਫਆਈਆਰ ਹੁੰਦੀ ਹੈ, ਜਦਕਿ 2013 ਤੋਂ ਬਾਅਦ ਉਹ ਕਦੇ ਆਇਆ ਨਹੀਂ। ਕਰੈਕਟ। ਤੇ ਇਹ ਜਿਹੜੀ ਕੜੀਆਂ ਜੁੜੀਆਂ, ਕਿਉਂਕਿ 27 ਸੈਕਸ਼ਨ ਦਾ ਮੈਂ ਫੇਰ ਆਵਾਂਗਾ ਜ਼ਿਕਰ, ਕੜੀ ਕੋਈ ਜੁੜੀ ਨਹੀਂ ਜੀ, ਇਸ ਕਰਕੇ ਬੇਲ ਮਿਲੀ ਹੈ ਜੀ। ਹਾਂ, ਉਹੀ ਮੈਂ ਕਹਿ ਰਿਹਾ, ਜਿਹੜੀ ਕੜੀਆਂ ਨਹੀਂ ਜੁੜੀਆਂ ਉਸੇ ਕਰਕੇ ਕੋਰਟ ਨੇ ਆਰਡਰ ਵੀ ਦਿੱਤਾ ਹੈ। ਔਰ ਆਰਡਰ ਦੇ ਆਪਾਂ ਸਪੈਸੀਫਿਕ ਇਸ ਕਰਕੇ ਗੱਲ ਕਰ ਰਹੇ ਹਾਂ। ਤੁਸੀਂ ਹਾਲਾਂ ਕੱਲ ਵੀ ਬੜਾ ਜਿੱਦਾਂ ਤੁਸੀਂ ਕਹਿ ਰਹੇ ਸੀ ਕਿ ਪੋਲੀਟੀਕਲ ਵੈਂਡੇਟਾ, ਵਿਕਰਮ ਮਜੀਠੀਆ ਨੇ ਵੀ ਕਿਹਾ ਕਿ ਪੋਲੀਟੀਕਲ ਵੈਂਡੇਟਾ, ਕੀ ਲੱਗਿਆ ਕਿ ਆਖਿਰ ਪੋਲੀਟੀਕਲ ਵੈਂਡੇਟਾ ਕਿਉਂ? ਔਰ ਜਦੋਂ ਕੋਈ ਐਫਆਈਆਰ ਹੁੰਦੀ ਹੈ ਐਵੀਡੈਂਸ ਤੇ ਹੁੰਦੀ ਹੈ, ਤਾਂ ਤੁਹਾਨੂੰ ਕੀ ਲੱਗਦਾ ਕਿ ਆਰਡਰ ਵਿੱਚ ਵੀ ਲਿਖਿਆ ਕਿ ਕੋਈ ਐਵੀਡੈਂਸ ਨਹੀਂ ਮਿਲਿਆ, ਚਾਹੇ ਉਹ ਹਾਰਬਰਿੰਗ ਦੀ ਗੱਲ ਕਰ ਰਹੇ ਹੋ, ਚਾਹੇ ਪਨਾਹ ਨਹੀਂ ਹੈ, ਕੋਈ ਚੇਨ ਨਹੀਂ ਜੁੜੀ, ਕੋਈ ਫਾਈਨੈਂਸ ਦੀ ਚੇਨ ਨਹੀਂ ਬਿਲਕੁਲ ਜੁੜੀ? ਉਮੇਸ਼, ਉਹ ਬਹੁਤ ਹੀ ਅਹਿਮ ਟਿੱਪਣੀਆਂ ਸੀਗੀਆਂ ਜਿਸ ਦੇ ਨਾਲ ਜਿਹੜੀ ਕਾਫੀ ਅਹਿਮ ਅਸੀਂ ਮੰਨ ਸਕਦੇ ਹਾਂ। ਔਰ ਗੱਲਬਾਤ ਵੀ ਕੀਤੀ ਹੈ ਦਮਨਵੀਰ ਸੋਪਤੀ ਹੋਰਾਂ ਨੇ ਸਟੂਡੀਓ ਦੇ ਵਿੱਚ ਆ ਕੇ। ਸੋ ਸਮਾਂ ਇਜਾਜ਼ਤ ਨਹੀਂ ਦੇ ਰਿਹਾ। ਬਹੁਤ ਬਹੁਤ ਸ਼ੁਕਰੀਆ ਗੱਲਬਾਤ ਲਈ ਉਮੇਸ਼, ਤੁਹਾਡਾ ਵੀ ਧੰਨਵਾਦ ਹੈ। ਸੋ ਇਹ ਵੱਡਾ ਮਸਲਾ ਜਿਸ ਨੂੰ ਲੈ ਕੇ ਲਗਾਤਾਰ ਇਸ ਤੇ ਨਜ਼ਰਾਂ ਜਿਹੜੀਆਂ ਨੇ ਉਹ ਬਣੀਆਂ ਹੋਈਆਂ ਸਨ, ਤਾਂ ਚਰਚਾ ਕੀਤੀ ਹੈ। ਤਾਂ ਫਿਲਹਾਲ ਇੱਕ ਬ੍ਰੇਕ ਦੇ ਲਈ ਰੁਕ ਰਹੇ ਹਾਂ, ਜਲਦੀ ਵਾਪਸ ਆਵਾਂਗੇ।